ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਉੱਤਮ ਆਗ ਬਿਖੈ ਜਰਨੋ, ਜਿਮ ਜਾਏ ਮਰੇ ਜਗ ਮਾਹੇ ਪਤੰਗਾ। ਉੱਤਮ ਯਾ ਤਨ ਫੋੜ ਮਰੇ, ਗਿਰ ਕੇ ਭਵ ਮੈਂ ਨਰ ਸੈਲ ਉਤੰਗਾ। ਉੱਤਮ ਆਗ ਬਿਖੈ ਜਰਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪੰਡਿਤ ਗੁਲਾਬ ਸਿੰਘ ਮਹਾਰਾਜ ਨਿਰਮਲੇ ਸੰਤ ਉੱਤਮ ਗੁਣਾਂ ਨੂੰ ਪਾਲਣ ਵਾਸਤੇ ਮਨ ਵਿੱਚ ਸਾਵਧਾਨ ਹੋਣ ਲਈ ਕਹਿ ਰਹੇ, ਜਿਸ ਕਰਕੇ ਸਵਈਆ ਉਚਾਰ ਕੇ ਪ੍ਰਮਾਣਾਂ ਦੇ ਰਾਹੀਂ ਉਪਦੇਸ਼ ਕਰ ਰਹੇ ਹਨ। ਉੱਤਮ ਆਗ ਬਿਖੈ ਜਰਨੋ 67ਵਾਂ ਸਵਈਆ ਹੈ। ਕਹਿੰਦੇ ਹੈ ਸ੍ਰੇਸ਼ਟ ਗੁਣਾਂ ਨੂੰ ਕਦੇ ਵੀ ਨਾਸ ਨਹੀਂ ਕਰਨਾ ਚਾਹੀਦਾ। ਗੁਣਾਂ ਨੂੰ ਤਿਆਗਣ ਨਾਲੋਂ ਅੱਗ ਵਿੱਚ ਸੜ ਕੇ ਮਰ ਜਾਣਾ ਸ੍ਰੇਸ਼ਟ ਹੈ। ਸ੍ਰੇਸ਼ਟ ਗੁਣਾਂ ਨੂੰ ਕਦੇ ਨਾਸ ਨਹੀਂ ਕਰਨਾ ਚਾਹੀਦਾ ਅਤੇ ਗੁਣਾਂ ਨੂੰ ਤਿਆਗਣ ਨਾਲੋਂ ਅੱਗ ਵਿੱਚ ਸੜ ਕੇ ਮਰ ਜਾਣਾ ਸ੍ਰੇਸ਼ਟ ਹੈ। ਉੱਤਮ ਸ੍ਰੇਸ਼ਟ ਅੱਗ ਵਿਖੇ ਵਿੱਚ ਜਰਨੋਂ ਸੜਨਾ। ਉੱਤਮ ਅੱਗ ਵਿੱਚ ਸੜ ਜਾਣਾ ਇਹ ਸਹੀ ਹੈ, ਪਰ ਸ੍ਰੇਸ਼ਟ ਗੁਣ ਨਹੀਂ ਤਿਆਗਣੇ ਛੱਡਣੇ ਚਾਹੀਦੇ। ਕਿਵੇਂ ਸੜ ਜਾਣਾ ਚਾਹੀਦਾ? ਜਿਮ ਜਾਏ ਮਰੇ ਜਗ ਮਾਹੇ ਪਤੰਗਾ। ਜਿਸ ਪ੍ਰਕਾਰ ਨਾਲ ਜਗ ਇਸ ਸੰਸਾਰ ਦੇ ਵਿੱਚ, ਸੰਸਾਰ ਦੇ ਅੰਦਰ ਪਤੰਗਾ ਵੇਖ ਲਓ, ਪਰਵਾਨਾ ਜਾਏ ਮਰੇ, ਅੱਗ ਉੱਪਰ ਜਾ ਕੇ ਮਰੇ, ਸੜ ਕੇ ਮਰ ਜਾਂਦਾ ਹੈ। ਜਿਮ ਜਾਏ ਮਰੇ, ਜਿਵੇਂ ਜਾ ਕੇ ਮਰਦਾ ਹੈ ਸੰਸਾਰ ਵਿੱਚ ਪਤੰਗਾ, ਇਸੇ ਤਰ੍ਹਾਂ ਆਪਣਾ ਸੁਭਾਅ ਬਣਾਉਣਾ ਚਾਹੀਦਾ ਹੈ। ਉੱਤਮ ਯਾ ਤਨ ਫੋੜ ਮਰੇ, ਜਾਂ ਫਿਰ ਇਸ ਸੰਸਾਰ ਦੇ ਵਿੱਚ ਇਸ ਬਿਰਤੀ ਨਾਲ ਰਹਿਣਾ ਚਾਹੀਦਾ। ਉੱਤਮ ਯਾ ਤਨ ਫੋੜ ਮਰੇ, ਕਿ ਯਾ ਤਨ ਇਸ ਸਰੀਰ ਨੂੰ ਫੋੜ ਤੋੜ ਕੇ ਮਰੇ, ਮਰ ਜਾਣਾ ਵੀ ਉੱਤਮ ਸ੍ਰੇਸ਼ਟ ਹੈ। ਯਾ ਤਨ ਫੋੜ ਮਰੇ, ਇਸ ਸਰੀਰ ਨੂੰ ਤੋੜ ਕੇ ਮਰੇ, ਮਰ ਜਾਣਾ ਵੀ ਉੱਤਮ ਸ੍ਰੇਸ਼ਟ ਹੈ। ਗਿਰ ਕੇ ਭਵ ਮੈਂ ਨਰ ਸੈਲ ਉਤੰਗਾ। ਇਸ ਸੰਸਾਰ ਦੇ ਵਿੱਚ ਉਤੰਗ ਉੱਚੇ ਜਿਹੜੇ ਸੈਲ ਪਹਾੜਾਂ ਤੋਂ ਗਿਰ ਕੇ, ਡਿੱਗ ਕੇ, ਇਵੇਂ ਆਪਣਾ ਸਰੀਰ ਜਿਹੜਾ ਹੈ ਉਹ ਤੋੜ ਕੇ ਫੋੜ ਕੇ ਮਰ ਜਾਣਾ ਉੱਤਮ ਹੈ, ਪਰ ਗੁਣ ਨਹੀਂ ਛੱਡਣੇ ਚਾਹੀਦੇ। ਉੱਤਮ ਯਾ ਤਨ ਫੋੜ ਮਰੇ, ਗਿਰ ਕੇ ਭਵ ਮੈਂ ਨਰ ਸੈਲ ਉਤੰਗਾ। ਅਨਵੇਂ ਅਰਥ ਭਵ ਮੈਂ, ਇੱਥੋਂ ਅਰਥ ਲੈਣਾ ਵੀ ਸੰਸਾਰ ਦੇ ਵਿੱਚ ਜਿਹੜਾ ਉਤੰਗਾ ਉੱਚੇ ਸੈਲ ਪਹਾੜ ਹਨ, ਉਹ ਪਹਾੜਾਂ ਤੋਂ ਨਰ ਮਨੁੱਖ ਗਿਰ ਕੇ, ਡਿੱਗ ਕੇ ਆਪਣੇ ਯਾ ਤਨ ਇਸ ਮਨੁੱਖ ਸਰੀਰ ਨੂੰ ਫੋੜ ਕਹੀਏ ਤੋੜ ਕੇ ਮਰੇ, ਮਰ ਜਾਣਾ ਵੀ ਉੱਤਮ ਸ੍ਰੇਸ਼ਟ ਹੈ। ਉੱਤਮ ਹੈ ਭਵ ਮਾਹੇ ਮਰੇ, ਇਹ ਵੀ ਭਵ ਮਾਹੇ ਸੰਸਾਰ ਦੇ ਵਿੱਚ ਮਰਨਾ ਉੱਤਮ ਹੈ, ਸ੍ਰੇਸ਼ਟ ਹੈ। ਕਰ ਡਾਰ ਮੁਖਾਂਤਰ ਭੀਮ ਭੁਜੰਗਾ, ਜੋ ਭੀਮ ਭੁਜੰਗਾ ਭਿਆਨਕ ਸੱਪ ਦੇ ਮੁਖਾਂਤਰ, ਮੁੱਖ ਦੇ ਅੰਦਰ ਕਰ ਡਾਰ, ਹੱਥ ਜਿਹੜਾ ਡਰ ਪਾਉਣਾ ਹੈ। ਕਹਿੰਦੇ ਵੀ ਉੱਤਮ ਹੈ ਭਵ ਮਾਹੇ ਮਰੇ, ਇਹ ਵੀ ਸੰਸਾਰ ਦੇ ਵਿੱਚ ਉੱਤਮ ਸ੍ਰੇਸ਼ਟ ਹੈ ਮਰਨਾ। ਕਿਹੜਾ? ਕਿ ਕਰ ਡਾਰ ਮੁਖਾਂਤਰ ਭੀਮ ਭੁਜੰਗਾ। ਭੀਮ ਜਿਹੜਾ ਭਿਆਨਕ, ਭੁਜੰਗਾ ਜਿਹੜਾ ਸੱਪ ਹੈ, ਉਹਦਾ ਮੁੱਖ ਅੰਤਰ
ਮੁਖਾਂਤਰ, ਮੁੱਖ ਤੇ ਕੰਨੇ ਵਿੱਚ ਵੈੜਾ ਨਿਕਲ ਕੇ ਬਿੰਦੀ ਜਿਹੜੀ ਟਿੱਪੀ ਹੋ ਜਾਣੀ, ਅਤੇ ਮੁੱਖ ਦੇ ਅੰਦਰ ਕਰ ਡਾਰ, ਜਿਹੜਾ ਹੱਥ ਡਾਰ ਪਾਉਣਾ ਹੈ। ਭਾਵ ਇੱਦਾਂ ਵੀ ਮਰ ਜਾਣਾ ਉਹ ਵੀ ਉੱਤਮ ਹੈ, ਪਰ ਗੁਣ ਨਹੀਂ ਛੱਡਣੇ ਚਾਹੀਦੇ। ਜੀਵਤ ਨਾਹੀਂ ਕਰੇ ਕਬਹੀ, ਜੀਵਤ ਜਿਉਂਦਿਆਂ ਹੋਇਆਂ ਕਦੇ ਵੀ ਜਿਹੜੇ ਮਨੁੱਖ ਹੈ ਉਹ ਇਸ ਤਰ੍ਹਾਂ ਨਾ ਕਰੇ। ਗੁਣ ਉੱਤਮ ਕੇ ਬਨ ਕੋ ਨਰ ਭੰਗਾ, ਕਿ ਨਰ ਜਿਹੜਾ ਮਨੁੱਖ ਹੈ ਉੱਤਮ ਜਿਹੜੇ ਸ੍ਰੇਸ਼ਟ ਗੁਣ ਹੈ ਉਹਨਾਂ ਸ੍ਰੇਸ਼ਟ ਗੁਣਾਂ ਦੇ ਬਨ ਕੋ, ਬਾਗ ਨੂੰ, ਬਗੀਚੀ ਨੂੰ, ਭੰਗਾ ਕਹੀਏ ਨਾਸ ਨਾ ਕਰਨਾ ਕਰੇ। ਭਾਵ ਮਰਨਾ ਪ੍ਰਵਾਨ ਕਰ ਲਵੇ ਪਰ ਗੁਣਾਂ ਨੂੰ ਕਦੇ ਵੀ ਤਿਆਗਣਾ ਨਾ ਕਰੇ। ਜੀਵਤ ਨਾਹੀਂ ਕਰੇ ਕਭੀ, ਕਦੀ ਵੀ ਜਿਉਂਦਿਆਂ ਜੀ ਇਹ ਨਾ ਕਰੇ ਕਿ ਜਿਹੜੇ ਗੁਣ ਉੱਤਮ ਹੈ ਉਹਨਾਂ ਦੀ ਬਗੀਚੀ ਨੂੰ ਇਹ ਮਨੁੱਖ ਭੰਗਾ ਨਾਸ ਨਾ ਕਰੇ, ਨਾਸ ਨਾ ਹੋਣ ਦੇਵੇ। ਜੀਵਤ ਨਾਹੀਂ ਕਰੇ ਕਭੀ, ਕਭੀ ਦਾ ਅਰਥ ਕਦੇ ਵੀ ਜੀਵਤ ਜਿਉਂਦਿਆਂ ਹੋਇਆਂ ਗੁਣ ਉੱਤਮ ਕੇ ਬਨ ਕੋ ਨਰ ਭੰਗਾ। ਨਰ ਜਿਹੜਾ ਹੈ ਪੁਰਸ਼ ਉੱਤਮ, ਉਹ ਸ੍ਰੇਸ਼ਟ ਗੁਣਾਂ ਦੇ ਉੱਤਮ ਕੇ ਸ੍ਰੇਸ਼ਟ ਗੁਣਾਂ ਦੇ ਬਨ ਕੋ, ਬਾਗ ਨੂੰ, ਬਗੀਚੀ ਨੂੰ, ਭੰਗਾ ਕਹੀਏ ਨਾਸ ਨਾ ਕਰਨਾ ਕਰੇ। ਦੋਹਰਾ ਗੁਣ ਮਾਰਗ ਸੂਧੇ ਚਲੋ। ਉੱਪਰਲੇ ਸਵਈਏ ਵਿੱਚ ਜਿਹੜਾ ਆਪਾਂ ਪੜ੍ਹਿਆ 67ਵਾਂ ਸਵਈਆ ਵੀ ਅੱਗ ਵਿੱਚ ਸੜਨਾ, ਪਰਬਤ 'ਤੇ ਚੜ੍ਹ ਕੇ ਮਰ ਜਾਣਾ, ਸੱਪ ਦੇ ਮੂੰਹ ਵਿੱਚ ਹੱਥ ਪਾ ਕੇ ਮਰਨਾ, ਇਹ ਤਿੰਨੇ ਮੌਤਾਂ ਬੜੀਆਂ ਦੁਖਦਾਈ ਹੈ। ਅੱਗ ਨਾਲ ਸੜਨਾ, ਪਹਾੜ 'ਤੇ ਚੜ੍ਹ ਕੇ ਮਰ ਜਾਣਾ, ਸੱਪ ਦੇ ਮੂੰਹ ਵਿੱਚ ਹੱਥ ਪਾ ਕੇ ਮਰਨਾ, ਇਹ ਤਿੰਨੇ ਮੌਤਾਂ ਬੜੀਆਂ ਦੁਖਦਾਈ। ਨਾ ਅੱਗ ਵਿੱਚ ਸੜਨਾ ਚੰਗਾ, ਨਾ ਪਹਾੜ ਤੋਂ ਡਿੱਗ ਕੇ ਖੁਦਕੁਸ਼ੀ ਕਰਨੀ ਚੰਗੀ, ਨਾ ਹੀ ਸੱਪ ਦੀ ਜ਼ਹਿਰ ਨਾਲ ਮਰਨਾ ਚੰਗਾ ਹੈ। ਪਰ ਇਹਨਾਂ ਤਿੰਨਾਂ ਨਾਲੋਂ ਚੌਥੀ ਮੌਤ ਜਿਹੜੇ ਆਪਣੇ ਗੁਣ ਛੱਡ ਦੇਣੇ ਹੈ, ਇਹ ਜੀਵਤ ਗੁਣ ਛੱਡ ਕੇ ਜਿਉਂਦੇ ਰਹਿਣਾ, ਇਹਨਾਂ ਨਾਲੋਂ ਬਹੁਤ ਜ਼ਿਆਦਾ ਹੀ ਮਾੜਾ। ਉੱਤਮ ਗੁਣਾਂ ਨੂੰ ਤਿਆਗ ਕਰਕੇ ਜੀਵਨ ਰਹਿਣ ਨਾਲੋਂ ਉਪਰੋਕਤ ਮੌਤਾਂ ਚੰਗੀਆਂ ਹੈ। ਉਹ ਮਰਨਾ ਠੀਕ ਹੈ, ਗੁਣ ਨਹੀਂ ਛੱਡਣੇ ਚਾਹੀਦੇ। ਕਵੀ ਸਾਹਿਬ ਜੀ ਦਾ ਕਹਿਣ ਦਾ ਇਹੀ ਪ੍ਰਯੋਜਨ ਹੈ। ਦੋਹਰਾ ਗੁਣ ਮਾਰਗ ਸੂਧੇ ਚਲੋ, ਇਸ ਕਰਕੇ ਭਾਈ ਸ੍ਰੇਸ਼ਟ ਗੁਣਾਂ ਦੇ ਰਸਤੇ ਉੱਪਰ ਔਗੁਣਾਂ ਦੇ ਬਿੰਗ ਬਲ ਤੋਂ ਰਹਿਤ ਹੋ ਕੇ ਚੱਲਦੇ ਰਹੋ। ਸੂਧੇ ਚਲੋ, ਸਿੱਧੇ ਚਲੋ ਗੁਣ ਮਾਰਗ, ਸ੍ਰੇਸ਼ਟ ਗੁਣਾਂ ਦੇ ਮਾਰਗ ਉੱਪਰ। ਆ ਜਿਹੜਾ ਔਗੁਣਾਂ 'ਤੇ ਚੱਲਣਾ ਨਾ, ਇਹ ਵਿੰਗਾ ਵਾਲਿਆ, ਇਹ ਵਿੰਗੇ ਵੱਲ 'ਤੇ ਨਾ ਚੱਲੋ। ਸੂਧੇ ਚੱਲੋ, ਸਿੱਧੇ ਚੱਲੋ ਗੁਣਾਂ ਦੇ ਮਾਰਗ 'ਤੇ। ਖਲ ਨਿੰਦਾ ਡਰ ਡਾਰ, ਖਲ ਜਿਹੜੇ ਮੂਰਖ ਮਨੁੱਖ ਦੁਆਰਾ ਨਿੰਦਿਆ ਦੇ ਡਰ ਦਾ ਅਰਥ ਭੈ ਨੂੰ, ਡਾਰ ਉਹਨੂੰ ਸੁੱਟ ਦੇਣਾ ਕਰੋ। ਖਲ ਨਿੰਦਾ ਮੂਰਖਪੁਣਾ, ਨਿੰਦਾ ਦਾ ਅਰਥ ਨਿੰਦਿਆ, ਡਰ ਦਾ ਅਰਥ ਡਰ, ਇਹਨੂੰ ਡਰ ਕੇ ਸੁੱਟ ਦਿਓ। ਗੁਣਾਂ ਦੇ ਮਾਰਗ 'ਤੇ ਚੱਲੋ, ਸੂਧੇ ਸਿੱਧੇ ਚੱਲੋ, ਟੇਢੇ ਵਿੰਗੇ ਵੱਲ 'ਤੇ ਨਹੀਂ ਚੱਲਣਾ ਹੈ। ਖਲ ਨਿੰਦਾ ਡਰ ਡਾਰ, ਮੂਰਖ ਜਿਹੜਾ ਉਹ ਨਿੰਦਿਆ ਦਾ ਕਰਦਾ ਹੀ ਰਹਿੰਦਾ ਹੈ, ਜਿਸ ਕਰਕੇ ਨਿੰਦਿਆ ਵਾਲੇ ਨੂੰ ਡਰ ਰਹਿੰਦਾ ਹੈ। ਇਹ ਡਰ, ਨਿੰਦਾ, ਮੂਰਖਪੁਣਾ ਤਿੰਨੇ ਡਰ ਕਹੀਏ ਸੁੱਟ ਦੇਣਾ ਕਰੋ, ਛੱਡ ਦੇਣਾ ਕਰੋ। ਵਿਦ ਖਲਕ ਅਛ ਐਸੇ ਰਚੇ, ਕਿਉਂਕਿ ਫਲ ਵਰਦਾਤੇ ਵਿਦਾਤੇ ਪਰਮੇਸ਼ਰ ਨੇ ਖਲ ਮੂਰਖ ਕੁਝ ਕੁ ਐਸੇ ਅਜਿਹੇ ਵੀ ਰਚ ਦਿੱਤੇ। ਗੁਣ ਕੋ ਦੋਖ ਉਚਾਰ, ਜੋ ਗੁਣਾਂ ਨੂੰ ਦੋਸ਼ ਉਚਾਰ ਕਥਨ ਕਰਦੇ ਹੈ। ਭਾਵ ਹਰੇਕ ਗੁਣ ਵਿੱਚ ਦੋਸ਼ ਹੀ ਕੱਢਦੇ ਰਹਿੰਦੇ, ਮੂਰਖ ਦਾ ਸੁਭਾਅ ਹੁੰਦਾ ਹੈ।
वेद ब्रह्मा भी है। ब्रह्मा ने मूर्ख, क्योंकि सृष्टि रचित है ना, करता परमेश्वर की आज्ञा ही है, सेवा तो है ना। वेद का अर्थ ब्रह्मा भी लगता। ब्रह्मे ने खल मूर्ख कछ कुछ कैसे रचे बनाए। गुण को दोख उचार, ਜਿਹੜੇ ਗੁਣਾਂ ਨੂੰ ਵੀ ਦੋਸ਼ ਉਚਾਰ ਕਹਿੰਦੇ ਆ, ਕਥਨ ਕਰਦੇ ਹਨ, ਭਾਵ ਦੋਸ਼ ਹੀ ਕੱਢਦੇ ਰਹਿੰਦੇ। ਸਵਈਆ ਸੇਵ ਕਰੋ ਤੋ ਕਹੇ ਕੁਛ ਚਾਹਤ। ਉਹ ਮੂਰਖਾਂ ਦੀ ਗੱਲ ਸੁਣੋ। ਹੇ ਪਰਮੇਸ਼ਰ, ਜੇਕਰ ਮੈਂ ਕਿਸੇ ਦੀ ਸੇਵ ਕਰੂੰ, ਟਹਿਲ ਸੇਵਾ ਕਰਦਾ ਤਾਂ ਤੋ ਕਹੇ, ਤੋ ਦਾ ਅਰਥ ਤਾਂ, ਕਹੇ ਦਾ ਅਰਥ ਕਹਿੰਦੇ, ਤਾਂ ਉਹ ਲੋਕ ਇਹੋ ਜਿਹੇ ਮੂਰਖ ਕਹਿੰਦੇ ਹੈ ਕੁਛ ਚਾਹਤ, ਇਹ ਜਿਹੜਾ ਕੋਈ ਸੇਵਾ ਕਰਦਾ ਹੈ ਇਹ ਕੁਛ ਚਾਹਤ, ਕੁਝ ਚਾਹੁੰਦਾ ਹੋਵੇਗਾ, ਸਾਡੇ ਕੋਲ ਮੰਗਣ ਨੂੰ ਫਿਰਦਾ ਤਾਂ ਹੀ ਇਹ ਸੇਵਾ ਕਰ ਰਿਹਾ ਹੈ। ਨਾਹੀਂ ਕਰੋ ਤਾਂ ਤੋ ਕਹੇ ਢਿਠਤਾਈ। ਜੇਕਰ ਪ੍ਰਭੂ ਮੈਂ ਸੇਵਾ ਨਾਹੀਂ ਕਰੋ, ਨਹੀਂ ਕਰਦਾ, ਤੋ ਕਹੇ, ਤਦ, ਤੋ ਦਾ ਅਰਥ ਤਦ ਜਾਂ ਤਾਂ ਤਦ ਕਹੇ, ਕਹਿੰਦੇ ਆਖਦੇ ਕੀ ਕਹਿੰਦੇ, ਢਿਠਤਾਈ, ਇਹ ਤਾਂ ਬੜਾ ਢੀਠ ਬੇਸਮਝ, ਜੋ ਕਿਸੇ ਦੀ ਸੇਵਾ ਆਦਿਕ ਹੀ ਨਹੀਂ ਕਰਦਾ, ਇਹਨੂੰ ਅਕਲ ਹੀ ਨਹੀਂ ਹੈਗੀ, ਸਿਖਾਈ ਨਹੀਂ ਅਕਲ ਕਿਸੇ ਨੇ, ਜਮਾ ਹੀ ਮੂਰਖ ਇਕੱਠਾ ਹੋਇਆ ਹੈ। ਸੇਵਾ ਕਰੋ ਤਾਂ ਕਹੇ ਕੁਛ ਚਾਹਤ, ਸੇਵਾ ਕਰਾਂ ਤਾਂ ਕਹਿੰਦੇ ਆ ਕੁਝ ਚਾਹੀਦਾ ਹੋਣਾ, ਮਤਲਬ ਨੂੰ ਹੀ ਹੈ। ਉਹ ਇਹੋ ਜਿਹੇ ਮੂਰਖ ਲੋਕ। ਨਾ ਹੀ ਕਰੇ ਤੋਂ ਕਹੇ ਢਿਠਤਾਈ, ਨਹੀਂ ਕਰਦੇ ਕਹਿੰਦੇ ਆਕੜਿਆ ਫਿਰਦਾ, ਮੁੰਡੇ ਦੀ ਆਕੜ ਬੜੀ, ਢੀਠ ਬੇਸਮਝ, ਮਾਂ ਪਿਓ ਨੇ ਅਕਲ ਨਹੀਂ ਸਿਖਾਈ ਇਹਨੂੰ। ਜੇ ਪਦ ਬੰਧਨ ਜਾਏ ਕਰੋ, ਜੇਕਰ ਮੈਂ, ਜੇ ਪਦ, ਹੇ ਪਰਮੇਸ਼ਰ, ਜੇਕਰ ਮੈਂ ਜਾਏ ਕਰੂੰ, ਜਾ ਕੇ ਕਿਸੇ ਨੂੰ ਬੜਾ ਆਦਰ ਮਾਣ ਸਤਿਕਾਰ ਦੇਣ ਲਈ, ਵਡਿਆਈ ਕਰਨ ਲਈ, ਅਤੇ ਉਹਦੇ ਪੁਰਸ਼ ਦੇ ਪਦ ਬੰਧਨ, ਪਦ ਚਰਨ ਬੰਧਨ, ਨਮਸਕਾਰ, ਚਰਨਾਂ ਉੱਪਰ ਨਮਸਕਾਰ ਕਰੋ, ਕਰ ਦੇਵਾਂ, ਕਰਦਾ ਹਾਂ, ਤੋ ਕਹੇ ਹਮ ਤੇ ਔਰ ਮਾਹੇ ਡਰਾਈ। ਤੋ ਦਾ ਅਰਥ ਤਦ ਉਹ ਅੱਗੋਂ ਕਹੇ, ਕਹਿੰਦੇ ਆਖਦੇ ਹੈ ਕਿ ਤੇ ਔਰ ਮੈਂ ਮਾਹੇ ਡਰਾਈ। ਇਹ ਜੀ ਹਮ ਤੇ, ਸਾਡੇ ਤੋਂ ਨਾ, ਔਰ ਮਾਹੇ ਡਰਾਈ, ਆਪਣੇ ਔਰ ਹਿਰਦੇ ਦੇ ਵਿੱਚ ਡਰ ਮੰਨਦਾ ਹੈ, ਤਾਂ ਹੀ ਸਾਡੇ ਅੱਗੇ ਝੁਕਦਾ ਹੈ। ਜੇ ਚਲੋ ਸਮਝਿਆ ਵੀ ਵੱਡਾ ਸਿਆਣਾ ਗੁਣਾਂ 'ਚ, ਚਲੋ ਮਾਇਆ ਕਰਕੇ ਵੱਡਾ, ਜੇ ਪਰਮੇਸ਼ਰ ਉਹਨਾਂ ਦੇ ਚਰਨ ਪੈਰਾਂ ਉੱਪਰ ਜਾ ਕੇ ਮੈਂ ਬੰਧਨ ਨਮਸਕਾਰ ਕਰਦਾ, ਤਾਂ ਕਹੇ ਹਮ ਤੇ ਔਰ ਮਾਹੇ ਡਰਾਈ, ਤਾਂ ਇਹ ਕਹਿੰਦੇ ਹੈ ਸਾਡੇ ਤੋਂ ਤੇ ਇਹ ਵੀ ਹਿਰਦੇ ਵਿੱਚ ਡਰਦਾ ਹੈ, ਇਹਨੂੰ ਪਤਾ ਹੈ ਬਹੁਤ ਖਾੜਕੂ ਹਨ, ਬੜੇ ਯੋਧੇ ਹੈ, ਐਵੇਂ ਉਹ ਮੂਰਖ ਸੋਚਦੇ ਆਪਣੇ ਆਪ। ਨਾ ਹੀ ਕਰੂੰ ਤੂੰ ਕਹੇ ਯਹ ਮੂਰਖ, ਜੇਕਰ ਮੈਂ ਕਿਸੇ ਨੂੰ ਚਰਨ ਬੰਦਨਾ ਨਮਸਕਾਰ ਨਹੀਂ ਕਰਦਾ, ਨਾ ਹੀ ਕਰੋ ਤੂੰ ਕਹੇ, ਨਹੀਂ ਨਮਸਕਾਰ ਸਤਿਕਾਰ ਆਦਿਕ ਉਹਨਾਂ ਦਾ ਨਹੀਂ ਕਰਦਾ, ਤੋ ਕਹੇ, ਤਦ ਉਹ ਕਹੇ ਆਖਦੇ ਕਹਿੰਦੇ ਯਹ ਮੂਰਖ, ਇਹ ਤਾਂ ਬੜਾ ਤਗੜਾ ਮੂਰਖ ਹੈ, ਅਕਲ ਬੋਧੀ ਨਹੀਂ ਹੈਗੀ ਇਹਨੂੰ ਕਹਿੰਦੇ ਅਕਲ ਨਹੀਂ ਸਿਖਾਈ ਹੈ ਲੱਗਦੀ। ਬ੍ਰਿਧ ਕੀ ਸਾਰ ਨਾ ਕਾਈ, ਇਹ ਤਾਂ ਬੜਾ ਤਗੜਾ ਮੂਰਖ ਹੈ, ਇਸ ਨੂੰ ਬ੍ਰਿਧ ਵੱਡੇ, ਆਪ ਬ੍ਰਿਧ ਛੋਟੇ। ਬ੍ਰਿਧ ਦਾ ਅਰਥ ਹੁੰਦਾ ਵੱਡਾ, ਆਪ ਬ੍ਰਿਧ ਦਾ ਅਰਥ ਹੁੰਦਾ ਬ੍ਰਿਧ ਨਹੀਂ, ਭਾਵ ਛੋਟਾ। ਇਹਨੂੰ ਦੇ ਛੋਟੇ ਵੱਡੇ ਦੀ ਕੋਈ ਖਬਰ ਸਮਝ, ਕਾਈ ਦਾ ਅਰਥ ਕੋਈ ਸਮਝਸਾਰ, ਖਬਰ ਸਮਝ ਹੀ ਨਹੀਂ ਹੈ ਕਿ ਵੱਡਿਆਂ ਦਾ ਸਤਿਕਾਰ ਕਿਵੇਂ ਕਰੀਦਾ, ਛੋਟਿਆਂ ਦਾ ਸਤਿਕਾਰ ਕਿਵੇਂ ਕਰੀਦਾ। ਇਵੇਂ ਮੈਨੂੰ ਕਹਿੰਦੇ ਹੈ। ਗੁਰੂ ਸਾਹਿਬ ਜੀ ਨੇ ਵੀ ਭਾਈ ਬੰਨੋ ਵਾਲੀ ਬੀੜ ਵਿੱਚ ਉਹ ਸ਼ਬਦ ਆਉਂਦਾ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਦੋਂ ਭਾਈ ਮਰਦਾਨਾ ਜੀ ਵਾਪਸ ਆ ਗਏ ਸਨ, ਉੱਥੋਂ ਰਬਾਬ ਨਹੀਂ ਲੈ ਕੇ ਆਏ, ਤੇ ਲੋਕ ਟਿਚਰਾਂ ਕਰਦੇ ਵੀ ਕਰਾਈਏ ਦਾ ਡੂਮ ਹੈ, ਅਤੇ ਉਹਨਾਂ ਨੇ ਭਾਈ ਬੰਨੋ ਦੀ ਬੀੜ ਵਿੱਚ ਇਹ ਸ਼ਬਦ ਉਚਾਰਿਆ ਸੀ, ਏਸ ਕਲਿਓ ਪੰਜ ਭੀਤੀਓ ਕਿਉ ਕਰ ਰੱਖਾ ਪਤ, ਜੇ ਬੋਲਾਂ ਤਾਂ ਆਖੀਐ ਬੜ ਕਰੇ ਬਹੁਤ,
ਇਸ ਕਲਿਓ ਪੰਜ ਭੀਤਿ। ਇਹ ਕਲਯੁਗ ਦੇ ਵਿੱਚ ਜਿਹੜੇ ਹੈ ਪੰਜ ਭੀਤੀ, ਪੰਜ ਦੁਆਰਾ ਹੈ। ਭੀ ਦਾ ਅਰਥ ਦੁਆਰਾ, ਡਰ ਵੀ ਹੁੰਦਾ। ਇਸ ਕਲਯੁਗ ਦੇ ਵਿੱਚ ਪੰਜ ਦੁਆਰਾ ਹੈ। ਕਿਉਂ ਕਰ ਰੱਖਾਂ ਪਤ, ਕਿਵੇਂ ਕਰਕੇ ਆਪਣੀ ਇੱਜ਼ਤ ਪੱਤ ਰੱਖਾਂ। ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਸੰਬੋਧਨ ਕਰਦੇ ਸ਼ਬਦ ਉਚਾਰਿਆ ਸੀ ਕਿ ਮਰਦਾਨਾ ਲੋਕਾਂ ਦਾ ਤੈਨੂੰ ਕੀ ਦਸੀਏ, ਜੇ ਬੋਲਾਂ ਤਾਂ ਆਖੀਏ, ਜੇ ਬੋਲੀਏ ਕਿਸੇ ਨੂੰ ਕੋਈ ਬਚਨ ਸੁਣਾਉਣ ਲੱਗ ਪਈਏ, ਕੋਈ ਉਪਦੇਸ਼ ਦਾ ਜਾਂ ਉੱਦਾਂ ਹੀ ਬੋਲਣ ਹੀ ਲੱਗ ਪਈਏ ਵਿਹਾਰੀ ਤੌਰ 'ਤੇ, ਤਾਂ ਆਖੀਏ, ਤਾਂ ਆਖਦੇ ਕੀ ਏ, ਬੜ ਕਰੇ ਬਹੁਤ। ਇਹ ਤਾਂ ਬਹੁਤ ਸਾਧ ਬੜ ਕਰਦਾ। ਉਹ ਸਾਧੂ ਦਾ ਕੰਮ ਹੁੰਦਾ ਚੁੱਪ ਕੀਤੇ ਰਹਿਣਾ, ਇਹ ਤਾਂ ਬਕਵਾਸ ਹੀ ਬੜਾ ਕਰਦਾ, ਜਿਉਂ ਗੱਲਾਂ ਕਰਦਾ ਹਟਦਾ ਹੀ ਨਹੀਂ। ਟੀਚਰਾਂ ਜੀ ਨੂੰ ਕਹਿੰਦੇ ਆ, ਇਹਨੂੰ ਛੇੜ ਕੇ ਵੇਖੀ ਕਿਵੇਂ ਛੇੜਦਾ, ਇਹਨੇ ਐਵੇਂ ਆਪਣਾ ਗਿਆਨ ਘੋਟੀ ਜਾਣਾ। ਬਹੁਤ ਸਾਧ ਬੜ ਕਰੇ ਬਹੁਤ ਬੜ ਕਰਦਾ। ਚੁੱਪ ਕਰਾਂ ਤਾਂ ਆਖੀਏ, ਮਰਦਾਨਿਆਂ ਜੇ ਬੋਲੀਏ ਤੇ ਬੜ ਕਹਿੰਦੇ ਵੀ ਬੜ ਕਰਦਾ। ਜੇ ਚੁੱਪ ਕਰ ਜਾਈਏ ਤਾਂ ਆਖੀਏ, ਤਾਂ ਆਖਦੇ ਹੈ ਹਿਤ ਘਟ ਨਾਹੀ ਮਤ। ਇਹਦੇ ਘੱਟ ਇਹਦੇ ਵਿੱਚ ਨਾ ਕੋਈ ਅਕਲ ਮੱਤ ਨਹੀਂ, ਸਿੱਧਾ ਵਿਚਾਰਾ, ਇਹਦੇ ਕੋਈ ਗੱਲ ਹੀ ਨਹੀਂ ਕਰਦਾ, ਮੂੰਹ 'ਚ ਪਤਾ ਨਹੀਂ ਕਿਹੜੀਆਂ ਲਾਚੀਆਂ ਪਾਈਆਂ। ਚੁੱਪ ਕੀਤੇ ਨੂੰ ਇਹ ਕੁਝ ਕਹਿੰਦੇ ਅਕਲ ਮੱਤ ਨਹੀਂ ਹੈ, ਗੱਲ ਕਰਨ ਦਾ ਪਤਾ ਨਹੀਂ ਹੈ, ਤਾਂ ਨਹੀਂ ਵਿਚਾਰਾ ਬੋਲਦਾ। ਜੇ ਬਹਿ ਰਹਾ ਤਾਂ ਆਖੀਏ, ਜੇ ਬੈਠੇ ਰਹਾ ਇੱਕ ਥਾਂ ਤਾਂ ਆਖਦੇ ਬੈਠਾ 70 ਘਾਤ। ਇਹ ਤਾਂ ਸਾਧ ਮਾਲੀ ਮਾਰ ਕੇ ਬਹਿ ਗਿਆ ਇੱਥੇ, ਇਹਨੇ ਤੇ ਪੱਕਾ ਹੀ ਡੇਰਾ ਲਾ ਲਿਆ ਇੱਥੇ। ਸਾਧੂ ਦਾ ਕੰਮ ਹੁੰਦਾ ਫਿਰ ਤੁਰ ਕੇ ਪ੍ਰਚਾਰ ਕਰਨਾ, ਲੋਕਾਂ ਦਾ ਭਲਾ ਕਰਨਾ, ਤੁਰੇ ਫਿਰਦੇ ਰਹਿਣਾ। ਇਹ ਤਾਂ ਡੇਰਾ ਹੀ ਘੱਤ ਕੇ ਬਹਿ ਗਿਆ। ਉੱਠ ਜਾਈ ਤਾਂ ਆਖੀਏ, ਜੇ ਉੱਠ ਜਾਈਏ ਆਓ ਉਹ ਨਗਰ ਖੇੜਾ ਛੱਡ ਕੇ ਚਲੇ ਜਾਈਏ ਤਾਂ ਆਖਦੇ ਛਾਰ ਗਿਆ ਸਿਰ ਘੱਤ। ਓਹੋ, ਇਹ ਸਾਧੂ ਤੇ ਸਾਡੇ ਸਿਰ 'ਚ ਸਾਹ ਪਾ ਕੇ ਚਲਾ ਗਿਆ। ਇੱਥੇ ਬੈਠਾ ਰਹਿੰਦਾ ਕਿ ਦੋ ਰੋਟੀ ਨਹੀਂ ਮਿਲਦੀਆਂ ਇਹਨੂੰ, ਇਹ ਤਾਂ ਜਮਾਂ ਹੀ ਸਿਰ 'ਚ ਸਵਾਹ ਪਾ ਕੇ ਤੇ ਗਾਂ ਗਿਆ। ਇਹ ਸਾਧੂ ਨੇ ਤਾਂ ਸਾਡੀ ਡੰਡ ਲਾਤੀ। ਇੱਥੇ ਬੈਠਾ ਰਹਿੰਦਾ ਰੋਟੀਆਂ ਖਾਂਦਾ, ਕਿਹੜੀ ਮਿਲਦੀ ਨਹੀਂ। ਫਿਰ ਐਵੇਂ ਕਹਿੰਦੇ ਜੇਕਰ ਨਿਵਾਤ ਆਖੀਏ, ਜੇ ਮਰਦਾਨਿਆਂ ਨਿਵੇਂ ਹੋ ਕੇ ਰਹੀਏ, ਝੁਕ ਕੇ ਹਰ ਇੱਕ ਨੂੰ ਸਲਾਮ ਕਰੀ, ਤਾਂ ਆਖਦੇ ਆ ਡਰਦਾ ਕਰੇ ਭਗਤ। ਇਹ ਤਾਂ ਡਰਦਾ ਹੀ ਭਗਤ ਸਾਨੂੰ ਸਲਾਮਾਂ ਕਰਦਾ, ਸਾਡਾ ਸਤਿਕਾਰ ਕਰਦਾ। ਡਰਦਾ ਨੂੰ ਮਤਲਬ ਹੋਣਾ, ਜਿਵੇਂ ਕਵੀ ਜੀ ਨੇ ਇੱਥੇ ਲਿਖਿਆ ਕਾਈ ਗੱਲ ਨਾ ਮੇਵਨੀ। ਮਰਦਾਨਿਆਂ ਕੋਈ ਵੀ ਗੱਲ ਨਾ ਸਿਰੇ ਨਹੀਂ ਲੱਗਦੀ ਇਹਨਾਂ ਦੀ। ਜਿੱਥੇ ਕੱਢਾਂ ਜਿੱਥੇ ਵੀ ਪੂਰੀ ਗੱਲ ਪੈ ਜਾਏ ਤਾਂ ਉੱਥੇ ਰਹਿ ਜਾਈਏ, ਇੱਥੇ ਉੱਥੇ ਨਾਨਕਾ ਕਰਤਾ ਰੱਖੇ ਪੱਤ। ਇਸ ਕਰਕੇ ਇੱਥੇ ਮਾਤ ਲੋਕ, ਉੱਥੇ ਪਰਲੋਕ ਵਿੱਚ ਗੁਰੂ ਨਾਨਕ ਸਾਹਿਬ ਕਹਿੰਦੇ ਕਰਤਾ ਪਰਮੇਸ਼ਰ ਇੱਜ਼ਤ ਪੱਤ ਰੱਖੇ, ਨਹੀਂ ਤਾਂ ਲੋਕ ਤੇ ਇੱਜ਼ਤ ਲਾਉਣ 'ਤੇ ਹੀ ਤੁਲੇ ਹੋਏ ਹਨ। ਇਹੀ ਸਿਧਾਂਤ ਨਾਲ ਕਵੀ ਸਾਹਿਬ ਜੀ ਕਹਿ ਰਹੇ ਹੈ। ਭਾਵ ਦੁਨੀਆ ਜਿਹੜੀ ਹੈ ਕਿਸੇ ਗੱਲ 'ਤੇ ਵੀ ਸਿਖਾਉਂਦੀ ਨਹੀਂ, ਪੂਰੀ ਨਹੀਂ। ਜਾਨਤ ਹੈ ਜਨ ਕਾਤਮ ਜਾ ਪਤ, ਜਨ ਕਾਤਮ ਜਾ ਪਤ। ਐਵੇਂ ਪੜ੍ਹਨਾ, ਜਨ ਪੜ੍ਹ ਕੇ ਕਾਤਮ ਜਾ ਪਤ ਸੰਬੰਧਕ ਕਰਕੇ ਪੜ੍ਹਨੀ। ਜਨ ਪੜ੍ਹ ਕੇ ਕਾਤਮ ਜਾ ਪਤ ਇਵੇਂ ਪੜ੍ਹਨਾ। ਜਾਨਤ ਹੈ ਜਨ ਕਾਤਮ ਜਾ ਪਤ, ਹੇ ਜਨਕ ਕੰਨੇ ਵਿੱਚੋਂ ਨਿਕਲਣਾ ਐੜਾ ਹੋਣਾ ਆਤਮ ਜਾ ਪਤ ਦਾ ਅਰਥ ਪਤੀ। ਜਨਕ ਦਾ ਅਰਥ ਹੈ ਰਜਨਕ। ਇਹਨੂੰ ਜਦੋਂ ਕਰਨਾ ਹੈ ਸੰਧੀ ਕਰਨ, ਜਨਕ ਕੰਨੇ ਵਿੱਚੋਂ ਨਿਕਲਣਾ ਐੜਾ ਤੇ ਆਤਮ ਜਾ ਤੇ ਪਤ ਇਵੇਂ ਪੜ੍ਹਨਾ। ਰਾਜੇ ਜਨਕ ਦੀ, ਜਨਕ ਰਾਜਾ, ਆਤਮ ਜਾ ਕਹੀਏ ਪੁੱਤਰੀ। ਰਾਜੇ ਜਨਕ ਦੀ ਜੋ ਪੁੱਤਰੀ ਹੈ ਉਹ ਕੀ ਹੈ, ਸੀਤਾ ਮਾਤਾ। ਉਹਦਾ ਜੋ ਪਤ ਕਹੀਏ ਪਤੀ ਹੈ, ਉਹ ਕੌਣ ਹੈ, ਸ਼੍ਰੀ ਰਾਮ ਚੰਦਰ ਭਗਵਾਨ ਜੀ। ਤੁਸੀਂ ਇਹ ਸ਼੍ਰੀ ਰਾਮ ਚੰਦਰ ਭਗਵਾਨ ਜੀ ਸਿਧਾਰਥ
ਸ਼੍ਰੀ ਰਾਮ ਚੰਦਰ ਭਗਵਾਨ ਜੀ, ਤੁਸੀਂ ਮੇਰੇ ਅੰਦਰ ਦੀ ਸਾਰੀ ਗੱਲ ਜਿਹੜੀ ਜਾਣਤ ਹੈ ਜਾਣਦੇ ਹੋ। ਔਰ ਕਹੋ ਅਬ ਕਾਹੇ ਸੁਨਾਈ, ਫਿਰ ਮੈਂ ਫਿਰ ਹੁਣ ਔਰ ਕਹੂੰ, ਹੋਰ ਕਿਸੇ ਨੂੰ ਕੀ ਕਹਿ ਕੇ ਸੁਣਾਈ ਕਹੀਏ, ਸੁਣਾਉਣਾ ਕਰਾਂ। ਪਰ ਤੈਨੂੰ ਕਹਿਣਾ ਕਰਦਾ ਕਹੇ ਮੇਰੇ ਪ੍ਰਭੂ, ਤੂੰ ਮੇਰੀ ਰੱਖਿਆ ਇੱਜ਼ਤ ਪੱਤ ਰੱਖ। ਸ਼੍ਰੀ ਰਾਮ ਚੰਦਰ ਭਗਵਾਨ ਜਾਣਤ, ਤੁਸੀਂ ਸਭ ਕੁਝ ਮੇਰੇ ਦਿਲ ਦੀ ਅੰਦਰ ਦੀ ਜਾਣਦੇ ਹੋ। ਔਰ ਕਹੋ ਅਬ ਕਾਹੇ ਸੁਨਾਈ, ਕਾਹੇ ਦਾ ਅਰਥ ਕਿਸੇ ਨੂੰ ਹੁਣ ਹੋਰ ਕਹੋ ਕੀ, ਕਾਹੇ ਦਾ ਅਰਥ ਕੀ ਹੈ। ਔਰ ਕਹੋ ਹੋਰ ਕਹਿਣਾ ਹੁਣ, ਕਾਹੇ ਕਿਸੇ ਨੂੰ ਕੀ ਸੁਣਾਈ ਕੇ ਸੁਣਾਉਣਾ ਕਰਾਂ। ਪਰ ਸੁਣਾਉਣ ਦਾ ਕੋਈ ਫਾਇਦਾ ਨਹੀਂ, ਲੋਕ ਤਾਂ ਇੱਦਾਂ ਦੇ ਹੀ ਹੈ। ਮੇਰੀ ਇੱਜ਼ਤ ਅਬਰੂ, ਹੇ ਪ੍ਰਭੂ ਪਰਮੇਸ਼ਰ, ਜਾਂ ਤੂੰ ਮੇਰੀ ਰੱਖਿਆ ਕਰ, ਤੂੰ ਹੀ ਮੇਰੀ ਰੱਖਿਆ ਕਰ। ਸੀਤਾ ਮਾਤਾ ਦੇ ਪਤੀ, ਸੀਤਾ ਮਾਇਆ ਦੇ ਪਤੀ ਪਰਮੇਸ਼ਰ ਰਾਮ, ਰਮੰਤੀ ਰਾਮਾ, ਤੂੰ ਹੀ ਮੇਰੀ ਇੱਜ਼ਤ ਪੱਤ ਰੱਖ। ਹੋਰ ਨੂੰ ਹੁਣ ਕਾਹੇ ਕਿਸੇ ਨੂੰ ਮੈਂ ਕਾਹੇ ਕਹੀਏ, ਕੀ ਕਹਿ ਕੇ ਸੁਣਾਉਣਾ ਕਰਾਂ। ਕਹੋ ਦਾ ਅਰਥ ਕਹਿ ਕੇ, ਔਰ ਦਾ ਹੋਰ, ਅਬ ਦਾ ਹੁਣ, ਕਾਹੇ ਦਾ ਕਾਹੇ ਕਿਸੇ ਨੂੰ, ਤੇ ਕੀ ਸੁਣਾਉਣਾ ਕਰਾਂ। ਸਵਈਆ ਜਬ ਲਾਜ ਜਹਾਜ ਕਹੇ ਜੜਤਾ, ਜੇਕਰ ਕੋਈ ਉੱਤਮ ਪੁਰਖ ਜਗ ਸੰਸਾਰ ਦੇ ਵਿੱਚ ਲਾਜ, ਲੱਜਾ, ਸ਼ਰਮ ਦੇ ਜਹਾਜ਼ ਉੱਪਰ ਬੈਠਦਾ ਹੈ, ਭਾਵ ਲੋਕਾਂ ਦੀ ਸ਼ਰਮ ਰੱਖ ਕੇ ਭਲਮਾਨਸੀ ਦਿਖਾਉਂਦਾ ਹੈ, ਤਾਂ ਲੋਕ ਉਸ ਨੂੰ ਕਹੇ ਜੜਦਾ, ਉਹਨੂੰ ਮੂਰਖ ਪੁਣੇ ਵਾਲਾ ਕਹਿੰਦੇ ਮੂਰਖ ਹੈ। ਬ੍ਰਤ ਧਾਰਨ ਤੇ ਖਲ ਦੰਭ ਉਚਾਰੇ, ਜੇਕਰ ਕੋਈ ਜਾਂ ਮੈਂ ਧਰਮ ਦੇ ਨਿਯਮਾਂ ਅਨੁਸਾਰ, ਹੇ ਪਰਮੇਸ਼ਰ, ਜਿਵੇਂ ਧਰਮ ਦੇ ਨਿਯਮ ਹੈ, ਕੁਝ ਚੀਜ਼ਾਂ ਦਸੀਆਂ, ਕੁਝ ਵਰਤ ਨਿਯਮ ਧਾਰਨ ਕਰਾਂ। ਬ੍ਰਤ ਧਾਰਨ, ਕੋਈ ਬ੍ਰਤ ਆਦਿਕ ਨਿਯਮ ਧਾਰਨ ਕਰਦਾ ਹਾਂ, ਤੇ ਖਲ ਦੰਭ ਉਚਾਰੇ, ਤਦ ਇਹ ਜਿਹੜੇ ਲੋਕ ਹੈ ਤੇ ਖਲ, ਇਹ ਜਿਹੜੇ ਲੋਕ ਹੈ ਖਲ, ਮੈਨੂੰ ਮੂਰਖ, ਦੰਭ, ਮੈਨੂੰ ਮੂਰਖ ਕਹਿੰਦੇ ਹੈ। ਦੰਭ ਤੇ ਕਹਿੰਦੇ ਵੀ ਪਖੰਡ ਜਿਹੜਾ ਹੈ ਇਹ ਕਰਦਾ ਹੈ। ਜੇ ਬ੍ਰਤ ਧਾਰਨ ਕਰਦਾ ਤੇ ਇਹ ਜਿਹੜੇ ਲੋਕ ਹੈ, ਤੇ ਇਹਦਾ ਅਰਥ ਇਹ, ਖਲ ਦਾ ਅਰਥ ਮੂਰਖ, ਇਹ ਜਿਹੜੇ ਲੋਕ ਮੈਨੂੰ ਮੂਰਖ ਤੇ ਪਖੰਡ ਕਰਦਾ ਉਚਾਰਦੇ ਹਨ। ਜਾਂ ਬ੍ਰਤ ਧਾਰਨ ਤੇ ਕਹੀਏ ਕਰਕੇ, ਇਹ ਲੋਕ ਜਿਹੜੇ ਖਲ ਹੈ, ਮੂਰਖ ਲੋਕ ਹੈ, ਮੈਨੂੰ ਪਖੰਡ ਕਰਦਾ ਉਚਾਰਨ ਕਰਦੇ ਹੈ, ਕਹਿੰਦੇ ਪਖੰਡ ਕਰਦਾ ਹੈ। ਜਗ ਲਾਜ ਜਹਾਜ ਕਹੇ ਜੜਤਾ, ਵੀ ਜੇਕਰ ਕੋਈ ਜਗ ਸੰਸਾਰ ਦੇ ਵਿੱਚ ਲਾਜ, ਲੱਜਿਆ, ਸ਼ਰਮ ਕਰਕੇ ਇਸ ਲੱਜਿਆ ਰੂਪੀ ਜਹਾਜ਼ ਦੇ ਚੜ੍ਹਦਾ, ਵੀ ਸ਼ਰਮ ਕਰਦਾ, ਭਲਮਾਨਸੀ ਵਰਤਦਾ, ਕਹੇ ਜੜਤਾ, ਕਹਿੰਦੇ ਮੂਰਖ ਜਮਾਂ ਹੀ ਹਨ। ਜੇ ਕੋਈ ਮਾਈ ਪੁਰਾਣੇ ਰਿਵਾਜ ਅਨੁਸਾਰ ਸੂਟ ਆਦਿਕ ਪਾਵੇ ਤੇ ਦੂਜੀਆਂ ਮਾਈਆਂ ਕਹਿੰਦੇ ਮੂਰਖ ਹੈ, ਸੂਟ ਵੇਖੋ ਇਹਦਾ, ਇਹ ਕਿਵੇਂ ਹੈ। ਕਹਿਣ ਤੋਂ ਭਾਵ ਉਹ ਜੇ ਕੋਈ ਜਗਤ ਦੀ ਲਾਜ ਹੀ ਹੈ ਨਾ, ਵੀ ਭੀੜੇ ਵਸਤਰ ਨਹੀਂ ਪਾਉਣੇ ਬਾਬਾ, ਹੋਰ ਪਹਿਨਣਾ ਖੁਸ਼ੀ ਖੁਆਰ, ਜਿਤ ਪੈਦੇ ਧਨ ਪੀੜੀਏ ਮਨ ਮੈਂ ਚੱਲੇ ਵਿਕਾਰ, ਚਲੋ ਵੀ ਸਾਦਗੀ ਰੱਖਣੀ, ਭਲਮਾਨਸੀ ਰੱਖਣੀ, ਕਹਿੰਦੇ ਇਹਦੇ ਮੂਰਖ, ਰਿਵਾਜ ਦਾ ਹੀ ਨਹੀਂ ਪਤਾ ਇਹਨੂੰ, ਰਿਵਾਜ ਕਿਹੜਾ ਚੱਲਣ ਡਿਆ, ਐਵੇਂ ਕਹਿੰਦੇ ਹੈ। ਜਗ ਲਾਜ ਜਹਾਜ਼, ਜਗਤ ਦੀ ਲੱਜਿਆ ਸ਼ਰਮ ਕਰਕੇ ਇਸ ਜਹਾਜ਼ 'ਤੇ ਚੜ੍ਹੇ, ਕਹੇ ਜੜਤਾ, ਕਹਿੰਦੇ ਮੂਰਖ ਹੈ। ਜਾਂ ਜੜਤਾ ਕਹੇ ਮੂਰਖ ਲੋਕ, ਜਿਵੇਂ ਕਹਿੰਦੇ ਵੀ ਇਹਨੂੰ ਤੇ ਅਕਲ ਨਹੀਂ ਹੈ। ਰਣ ਸੂਰ ਕੋ ਕਰੂਰ ਕਹੇ ਜਗ ਮੈਂ, ਜੁੱਧ ਰਣ ਸੂਰ, ਰਣ ਦਾ ਅਰਥ ਜੁੱਧ, ਸੂਰ ਦਾ ਅਰਥ ਸੂਰ। ਜੁੱਧ ਦੇ ਮੈਦਾਨ ਅੰਦਰ ਜੋ ਸੂਰਮਾ ਲੜਦਾ ਹੈ, ਵੈਰੀਆਂ ਨਾਲ ਲੋਹਾ ਲੈਂਦਾ ਹੈ,
ਤੇ ਉਸ ਨੂੰ ਲੋਕ ਜਗ ਮੈਂ ਸੰਸਾਰ ਵਿੱਚ ਕਰੂਰ ਕਠੋਰ ਕਰੜੇ ਸੁਭਾਅ ਵਾਲਾ ਕਹਿੰਦੇ। ਰਣ ਸੂਰ ਕੋ ਕਰੂਰ ਕਹੇ ਜਗ ਮੈਂ। ਸੰਸਾਰ ਦੇ ਵਿੱਚ ਜਿਹੜਾ ਰਣ ਸੂਰ ਜੰਗ ਦੇ ਮੈਦਾਨ ਵਿੱਚ ਯੁੱਧ ਦੇ ਮੈਦਾਨ ਵਿੱਚ ਸੂਰਮਾ ਬਣ ਕੇ ਤੇ ਲੜਦਾ ਹੈ, ਕੋ ਕਰੂਰ ਕਹੇ ਉਹਨੂੰ ਲੋਕ ਕੋ ਦਾ ਅਰਥ ਨੂੰ, ਉਸ ਨੂੰ ਲੋਕ ਕਰੂਰ ਕਰੜਾ ਸੁਭਾਅ ਵਾਲਾ ਕਹਿੰਦੇ ਦਇਆ ਹੀ ਨਹੀਂ ਹੈਗੀ। ਐਵੇਂ ਵੱਡ ਵੱਡ ਟੁੱਕੀ ਜਾਂਦਾ। ਜਿਵੇਂ ਸੰਤ ਜਰਨੈਲ ਸਿੰਘ ਮਹਾਂਪੁਰਸ਼ਾਂ ਨੂੰ ਲੋਕ ਕਹਿੰਦੇ ਸੀ ਬੜਾ ਕੱਟੜ ਹੈ, ਕਰੂੜੀ ਸੁਭਾਅ ਹੈ। ਦਸਵੇਂ ਪਾਤਸ਼ਾਹ ਮਹਾਰਾਜ ਬਾਰੇ ਵੀ ਇਵੇਂ ਕਹਿੰਦੇ ਹਨ। ਦਸਵੇਂ ਪਾਤਸ਼ਾਹ ਨੇ ਤੇ ਜੀ ਸ਼ਿਕਾਰ ਕੀਤੇ, ਛੇਵੇਂ ਪਾਤਸ਼ਾਹ ਨੇ ਸ਼ਿਕਾਰ ਕੀਤੇ, ਪਰ ਮਹਾਰਾਜ ਛਤਰੀ ਸੁਭਾਅ। ਅਤੇ ਇਹ ਮੂਰਖ ਲੋਕ ਇਹੀ ਕਹਿੰਦੇ ਆ ਜਿਹੜੇ ਰਣ ਸੂਰ ਧਰਮ ਦੀ ਖਾਤਰ ਯੁੱਧ ਦੇ ਮੈਦਾਨ ਵਿੱਚ ਸੂਰਮੇ ਬਣ ਕੇ ਲੜਨਾ ਕਰਦੇ ਹੈ। ਸੰਸਾਰ ਵਿੱਚ ਰਹਿੰਦਿਆਂ ਲੋਕ ਉਹਨਾਂ ਨੂੰ ਸੰਸਾਰੀ ਲੋਕ ਘੱਟ ਬੁੱਧੀ ਵਾਲੇ ਕਰੂਰ ਕਰੜਾ ਸਖਤ ਸੁਭਾਅ ਵਾਲਾ ਕਹਿੰਦੇ ਇਹਨੂੰ ਦਇਆ ਨਹੀਂ ਹੈ ਕਿਸੇ ਦੀ। ਰਿੱਝ ਭਾਵ ਹੈ ਬੁੱਧ ਵਿਹੀਨ ਬਕਾਰੇ। ਰਿੱਝ ਭਾਵ ਹੈ, ਰਿੱਝ ਦਾ ਅਰਥ ਸਿੱਧੇ ਸਾਦੇ ਭਾਵ ਹੈ ਸੁਭਾਅ ਵਾਲਾ। ਸਿੱਧੇ ਸਾਦੇ ਸੁਭਾਅ ਵਾਲਾ ਜੋ ਹੁੰਦਾ ਅਤੇ ਉਸ ਨੂੰ ਲੋਕ ਕਹਿੰਦੇ ਹੈ ਬੁੱਧ ਵਿਹੀਨ। ਇਹ ਤਾਂ ਜੀ ਅਕਲ ਤੋਂ ਬਿਨਾਂ ਹੀ ਵਿਚਾਰਾ ਪੁਕਾਰੇ, ਇਵੇਂ ਪੁਕਾਰ ਕੇ ਕਥਨ ਕਰਕੇ ਕਹਿੰਦੇ। ਰਿੱਝ ਭਾਵ ਹੈ ਜਿਹੜਾ ਸਿੱਧੇ ਸੁਭਾਅ ਵਾਲਾ, ਜਿਹੜਾ ਲੜਦਾ ਉਹਨੂੰ ਕਹਿੰਦੇ ਸਖਤ ਸੁਭਾਅ ਵਾਲਾ, ਅਤੇ ਜਿਹੜਾ ਸਿੱਧੇ ਸਾਦੇ ਸੁਭਾਅ ਵਾਲਾ ਉਹਨੂੰ ਕਹਿੰਦੇ ਇਹਨੂੰ ਤਾਂ ਬੁੱਧੀ ਨਹੀਂ ਹੈਗੀ, ਅਕਲ ਨਹੀਂ ਹੈਗੀ, ਅਕਲ ਤੋਂ ਵਿਚਾਰਾ ਵਿਹੀਨ ਰਹਿ ਹੈ। ਇਵੇਂ ਪੁਕਾਰਦੇ ਹੈ। ਸਿੱਧਾ ਹੈ, ਦਿਮਾਗ 'ਚ ਇਹਦੇ ਫਰਕ ਹੈ। ਮੱਧ ਬੈਨਨ ਦੀਨ ਕਹੇ ਨਰ ਕੋ। ਜੋ ਮਨੁੱਖ ਲੋਕਾਂ ਦੇ ਅਦਬ ਸਤਿਕਾਰ ਲਈ ਮੱਧ ਬੈਨਨ ਮਿੱਠੇ ਬਚਨ ਬੋਲਦਾ ਹੈ, ਦੀਨ ਕਹੇ ਨਰ ਕੋ, ਉਸ ਨਰ ਨੂੰ, ਉਸ ਮਨੁੱਖ ਨੂੰ, ਕੋ ਦਾ ਅਰਥ ਨੂੰ, ਉਸ ਮਨੁੱਖ ਨੂੰ ਲੋਕ ਦੀਨ ਕਹੀਏ, ਗਰੀਬ, ਕੰਗਾਲ, ਨੰਗ ਮਲੰਗ, ਘਰੋਂ ਕੱਢਿਆ ਵਿਚਾਰਾ ਆਖਦੇ ਹੈ, ਕਹਿੰਦੇ ਹਨ। ਜਿਹੜਾ ਵਿਚਾਰਾ ਹੈ ਭਲਾ ਮਾਨਸ ਅਤੇ ਉਹ ਚਲੋ ਹਰ ਇੱਕ ਦਾ ਸਤਿਕਾਰ ਕਰਦਾ, ਕੁਦਰਤੀ ਗੁਣ ਹੁੰਦਾ ਕਈਆਂ 'ਚ, ਅਤੇ ਲੋਕਾਂ ਦੇ ਅਦਬ ਸਤਿਕਾਰ ਲਈ ਜਿਹੜਾ ਕੋਈ ਮੱਧ ਬੈਨਨ ਮਿੱਠੇ, ਮੱਧ ਦਾ ਅਰਥ ਮਿੱਠੇ, ਬੈਨਨ ਦਾ ਅਰਥ ਬਚਨ, ਮਿੱਠੇ ਬਚਨ ਬੋਲਦਾ, ਅਤੇ ਨਰਕ ਉਸ ਮਨੁੱਖ ਨੂੰ ਲੋਕ ਦੀਨ ਕਹੇ, ਗਰੀਬ ਕੰਗਾਲ ਕਹਿੰਦੇ। ਵਿਚਾਰੇ ਭੁੱਖਾ ਹੈ ਜੀ, ਦੀਨ ਹੈ, ਕੰਗਾਲ, ਮਿੱਠੀ ਬੜੀ ਬੋਲੀ ਹੈ ਇਹਦੀ, ਐਵੇਂ ਲੋਕ ਸਮਝਦੇ ਹੈ। ਜੋ ਬਖਾਨ ਕਰੈ ਸੋ ਵਾ ਚਾਲ ਵਿਚਾਰੇ। ਜੋ ਬਖਾਨ ਕਰੈ, ਜਿਹੜਾ ਮਨੁੱਖ ਕੁਝ ਕਥਨ ਕਰਦਾ ਹੈ, ਜੋ ਬਖਾਨ ਕਰੇ, ਜਿਹੜਾ ਮਨੁੱਖ ਕੁਝ ਉਲਟਾ ਸਿੱਧਾ ਜਾਂ ਕੜਕ ਕੇ ਬੋਲਦਾ, ਬਖਾਨ ਬਚਨ ਕਰਦਾ, ਕਥਨ ਕਰਦਾ, ਬਖਾਨ ਦਾ ਅਰਥ ਕਥਨ ਕਰਦਾ, ਸੋ ਵਾ ਚਾਲ ਵਿਚਾਰੇ। ਸੋ ਦਾ ਅਰਥ ਉਸ ਨੂੰ ਵਾ ਚਾਲ, ਬਹੁਤ ਬੋਲਣ ਵਾਲਾ, ਵਾ ਚਾਲ, ਚਾਲ ਦਾ ਚੱਲਣਾ, ਵਾ ਦਾ ਅਰਥ ਬੇਅੰਤ, ਬਹੁਤ ਚੱਲਣ ਵਾਲਾ, ਬਹੁਤ ਬੋਲਣ ਵਾਲਾ, ਭਾਵ ਬਕਵਾਸ ਕਰਨ ਵਾਲਾ ਵਿਚਾਰੇ ਵਿਚਾਰਦੇ ਹਨ। ਕਹਿੰਦੇ ਇਹ ਤਾਂ ਬਹੁਤ ਬਕਵਾਸ ਕਰਦਾ। ਜੋ ਬਖਾਨ ਕਰੇ ਜਾਂ ਜੋ ਬਹੁਤ, ਜਾਂ ਜਿਹੜਾ ਬਹੁਤ ਬਖਾਨ ਕਥਨ ਕਰਦਾ ਜਿਹੜਾ ਮਨੁੱਖ, ਸੋ ਵਾ ਚਾਲ, ਉਹਨੂੰ ਬਹੁਤ ਵਾ ਚਾਲ ਗੱਪੀ ਗਪੌੜੀ ਵਿਚਾਰਦੇ। ਕਹਿੰਦੇ ਐਵੇਂ ਬੋਲੀ ਜਾਂਦਾ, ਐਵੇਂ ਪੱਲੇ ਕੱਖ ਨਹੀਂ, ਫਾਲਤੂ ਦੇ ਐਵੇਂ ਬਕਵਾਸ ਲਾਈ ਹੋਈ ਇਹਨੇ, ਬੜਾ ਬਕਵਾਸ ਕਰਦਾ, ਜ਼ਬਾਨ ਹੀ ਨਹੀਂ ਮੂੰਹ 'ਚ ਪੈਂਦੀ। ਵਾ ਚਾਲ, ਬਹੁਤਾ ਬੋਲਣ ਵਾਲਾ ਵਿਚਾਰੇ ਵਿਚਾਰਦੇ ਹਨ। ਗੁਣ ਕੌਣ ਹੈ ਗੁਣਵਾਨਨ ਕੋ। ਇਸ ਪ੍ਰਕਾਰ ਗੁਣਵਾਨ ਜਿਹੜੇ ਪੁਰਸ਼ ਹੈ, ਗੁਣਵਾਨਨ ਕੋ, ਜਿਹੜੇ ਗੁਣਵਾਨ ਪੁਰਖ ਹੈ, ਗੁਣਵਾਨਨ ਕੋ, ਗੁਣਵਾਨਾਂ ਦੇ, ਗੁਣਵਾਨ ਪੁਰਖਾਂ ਦੇ
ਗੁਣ ਕੌਣ ਹੈ, ਕੌਣ ਦਾ ਅਰਥ ਕਿਹੜੇ ਗੁਣ ਹਨ। ਗੁਣ ਕੌਣ ਹੈ ਗੁਣਵਾਨ, ਗੁਣਵਾਨਾਂ ਪੁਰਸ਼ਾਂ ਦੇ ਕੌਣ ਕਹੀਏ ਕਿਹੜੇ ਗੁਣ ਆਹੇ ਹਨ। ਖਲ ਦੋਖਨ ਤੇ ਜੋਏ ਨਾਹੇ ਲਤਾਰੇ, ਜਿਹੜੇ ਖਲ ਮੂਰਖ ਮਨੁੱਖ ਹੈ ਤੇ ਦੋਖਨ ਕਹੀਏ ਦੋਸ਼ਾਂ ਦੇ ਨਾਲ ਨਾਹੇ ਲਤਾਰੇ, ਜਿਹੜੇ ਨਹੀਂ ਲਤਾੜਦੇ ਹਨ। ਲਤਾੜਦੇ ਜੋਏ ਜਿਹੜੇ ਖਲ ਮੂਰਖ ਹੈ ਵੀ ਉਹ ਐਸਾ ਕਿਹੜਾ ਕੰਮ ਹੈ ਜਿਹੜੇ ਵੀ ਦੋਸ਼ਾਂ ਦੇ ਤੇ ਦਾ ਅਰਥ ਨਾਲ ਵੀ ਦੋਸ਼ਾਂ ਦੇ ਨਾਲ ਨਹੀਂ ਲਤਾੜਦੇ। ਭਾਵ ਉਹ ਮੂਰਖ ਲੋਕ ਗੁਣਵਾਨ ਪੁਰਸ਼ਾਂ ਦੇ ਹਰੇਕ ਗੁਣ ਨੂੰ ਦੋਸ਼ਾਂ ਦੇ ਸਹਿਜ ਹੀ ਕੀਤਾ ਕਰਦੇ, ਲਤਾੜਦੇ, ਮਧੋਲਦੇ ਹੀ। ਆ ਵੀ ਨਹੀਂ ਚੰਗਾ, ਆ ਵੀ ਨਹੀਂ ਚੰਗਾ, ਇਵੇਂ ਜਿਹੜੇ ਮੂਰਖ ਲੋਕ ਹੈ ਅਤੇ ਉਹਨਾਂ ਨੂੰ ਇਸ ਤਰ੍ਹਾਂ ਹੀ ਹੁੰਦਾ ਹੈ। ਗਲਤੀ ਆਪਣੇ 'ਚ ਕੱਢਦੇ ਦੂਜਿਆਂ 'ਚ ਹਨ। ਦੋਹਰਾ ਜਗ ਰਚਨਾ ਅਦਭੁਤ ਰਚੀ, ਜੋ ਬ੍ਰਹਮਾ ਆਪ ਮਾਇਕੀ, ਮਾਇਆ ਦਾ ਪੁਤਲਾ ਬ੍ਰਹਮਾ ਮਾਇਕ ਆਏ। ਜੋ ਬ੍ਰਹਮਾ ਆਪ ਮਾਇਆ ਦਾ ਪੁਤਲਾ ਆਏ ਹੈ। ਜਗ ਰਚਨਾ ਅਦਭੁਤ ਰਚੀ, ਬ੍ਰਹਮੇ ਨੇ ਉਸ ਮਾਇਕ ਮਾਇਆ ਦੇ ਨਾਲ, ਛਲ ਦੇ ਨਾਲ ਇਸ ਜਗ ਰਚਨਾ, ਸੰਸਾਰ ਦੀ ਰਚਨਾ, ਬਣਾਵਟ ਅਦਭੁਤ ਅਨੋਖੀ ਹੀ ਰਚਨਾ ਕੀਤੀ ਹੈ। ਜਗ ਰਚਨਾ ਅਦਭੁਤ ਰਚੀ, ਸੰਸਾਰ ਦੀ ਰਚਨਾ ਅਦਭੁਤ ਹੀ ਰਚੀ ਹੈ ਬ੍ਰਹਮਾ। ਬ੍ਰਹਮਾ ਨੇ ਮਾਇਕ ਕਹੀਏ ਛਲ ਦੇ ਨਾਲ, ਜਾਂ ਮਾਇਕ ਜੋ ਮਾਇਕੀ ਮਾਇਆ ਦੇ ਨਾਲ ਬ੍ਰਹਮਾ ਪੁਤਲਾ ਹੈ, ਉਸਨੇ ਜਗ ਦੀ ਰਚਨਾ ਅਦਭੁਤ ਹੀ ਰਚੀ ਹੋਈ ਹੈ। ਉਹ ਕਿਵੇਂ ਦੀ ਹੈ। ਕਹਿ ਅੰਮ੍ਰਿਤ ਕਹਿ ਵੇਖਮਈ, ਵੀ ਕਹਿ ਕਿਤੇ ਤਾਂ ਇਹ ਰਚਨਾ ਅੰਮ੍ਰਿਤ ਵਰਗੀ ਮਿਠਾਸ ਵਾਲੀ ਹੋ ਰਹੀ। ਚੰਗੇ ਲੋਕ, ਭਲੇ ਲੋਕ, ਭਲੀ ਬਨਸਪਤੀ, ਭਲੇ ਕੁਦਰਤੀ ਸੋਮੇ ਦਿਖ ਰਹੇ। ਕਹਿ ਵੇਖਮਈ, ਕਿਤੇ ਤੇ ਜ਼ਹਿਰ ਮਈ ਦਾ ਅਰਥ ਰੂਪ, ਵੇਖ ਦਾ ਅਰਥ ਜ਼ਹਿਰ, ਕਹਿ ਦਾ ਅਰਥ ਕਿਤੇ, ਕਿਤੇ ਤੇ ਜ਼ਹਿਰ ਰੂਪੀ ਹੈ। ਨਿਰਣੋ ਹੋਵਤ ਨਾਹੀਂ, ਕੋਈ ਇਸ ਗੱਲ ਦਾ ਨਿਰਣਾ ਫੈਸਲਾ ਨਹੀਂ ਹੋਵਤ ਹੁੰਦਾ। ਭਾਵ ਕਿਤੇ ਤਾਂ ਦੁਨੀਆ ਵਿੱਚ ਖੁਸ਼ੀਆਂ ਹੋ ਰਹੀਆਂ ਅੰਮ੍ਰਿਤ ਵਰਗੀਆਂ, ਕਿਤੇ ਰੋਣੇ ਪਿੱਟਣੇ ਪਏ ਹੋਏ ਜ਼ਹਿਰ ਵਰਗੇ। ਇਸ ਤਰ੍ਹਾਂ ਦੀ ਜਿਹੜੀ ਹਾਲਤ ਹੋ ਰਹੀ ਹੈ। ਇਹ ਦੋਹਰਾ ਪਹਿਲਾਂ ਲਿਖਦੇ ਹੈ, ਫਿਰ ਸਵਈਏ ਵਿੱਚ ਇਹਦਾ ਹੋਰ ਜਿਹੜਾ ਖੁਲਾਸਾ ਕਰਦੇ ਹਨ। ਸਵਈਆ ਕਹਿ ਬੀਨਣ ਤਾਲ ਮਿਰਦੰਗਨ ਕੀ ਧੁਨ। ਉਹ ਕਿਵੇਂ ਕਹਿੰਦੇ ਕਹਿ ਦਾ ਅਰਥ ਕਿਤੇ ਲੈ ਲੈਣਾ। ਇਹ ਸਾਰੇ ਤਾਂ ਕਿਤੇ ਅਰਥ ਲੱਗਣਾ ਇਹਦਾ ਕਹਿ ਦਾ। ਕਿਤੇ ਤੇ ਵਿਆਹ ਆਦਿਕ ਦੀਆਂ ਖੁਸ਼ੀਆਂ ਹੋ ਰਹੀਆਂ ਅਤੇ ਜਿਸ ਵਿੱਚ ਬੀਨਣ ਬੀਣਾ ਵੱਜ ਰਹੀਆਂ, ਤਾਲ ਛੈਣੇ, ਮਿਰਦੰਗਨ ਢੋਲਕੀਆਂ, ਨਗਾਰੇ, ਇਹਨਾਂ ਸਾਰੇ ਸਾਧਨਾਂ ਦੀ ਕੀ ਧੁਨੀ ਆਵਾਜ਼ ਹੋ ਰਹੀ ਹੈ। ਗਾਵਤ ਹੈ ਮਨ ਮੋਦ ਵਡਾਈ, ਇਹਨਾਂ ਦੀ ਧੁਨੀਆਂ ਹੋ ਰਹੀਆਂ ਜਿਸ ਧੁਨੀ ਦੇ ਵਿੱਚ ਗਾਵਤ ਹੈ ਮਨ ਮੋਦ ਵਡਾਈ। ਇਸਤਰੀਆਂ, ਪੁਰਖ, ਮਰਦ, ਲੋਕ, ਬੱਚੇ, ਬੁੱਢੇ ਆਦਿ ਗਾਵਤ ਹੈ, ਗੀਤ ਗਾ ਰਹੇ ਕਿੱਦਾਂ ਮਨ ਮੋਦ ਵਡਾਈ, ਹਿਰਦੇ ਵਿੱਚ ਬਹੁਤ ਮੋਦ ਕਹੀਏ ਖੁਸ਼ੀ ਨੂੰ ਵਡਾਈ ਵਧਾ ਕੇ, ਮਨ ਵਿੱਚ ਮੋਦ ਮਨ ਵਿੱਚ ਖੁਸ਼ੀ ਵਧਾ ਕੇ ਗੀਤ ਖੁਸ਼ੀ ਦੇ ਗਾਉਂਦੇ ਹੈ। ਅਤੇ ਕਿਤੇ ਵਿਆਹ ਸ਼ਾਦੀਆਂ ਜਿੱਥੇ ਹੋ ਰਹੀਆਂ, ਬੀਣਾ ਵੱਜ ਰਹੀਆਂ, ਤਾਲ ਮਰਦੰਗਾਂ ਆਦਿ ਦੀ ਧੁਨੀ ਹੋ ਰਹੀ। ਕਹਿ ਰੋਵਤ ਹੈ ਨਰ ਨਾਰ ਮਹਾਂ, ਅਤੇ ਵੇਖੋ ਦੀ ਰਚਨਾ ਜਿੱਥੇ ਕਿਤੇ ਜ਼ਹਿਰ ਵਰਗੀ ਬਣੀ, ਕਿਤੇ ਕਿਸੇ ਪਿਆਰੇ ਸੰਬੰਧੀ ਆਦਿਕ ਭਾਈ ਪੁੱਤ ਸਕੇ ਸੰਬੰਧੀਆਂ ਵਿੱਚੋਂ ਮਰਨ ਕਰਕੇ ਮਰਨਾ ਹੋ ਰਿਹਾ। ਉਹ ਮਰਨ ਕਰਕੇ ਨਰ ਪੁਰਸ਼, ਨਾਰੀ ਇਸਤਰੀਆਂ ਮਿਲ ਜੁਲ ਕੇ ਇਕੱਠੀਆਂ ਹੋ ਕੇ ਭੁੰਜੇ ਬਹਿ ਕੇ ਰੋਵਤ ਹੈ। ਮਹਾਂ ਬਹੁਤ ਰੋਵਤ ਹੈ, ਰੋ ਰਹੇ ਹਨ।
ਜਾਂ ਰੋਂਦੇ ਹੈ। ਕਹਿ ਰੋਵਤ ਕਿਤੇ ਤੇ ਰੋਂਦੇ ਹੈ। ਇਸਤਰੀਆਂ ਪੁਰਸ਼ ਬਹੁਤ ਹੀ ਰੋਣ ਪਿੱਟਣ ਪਾਇਆ ਹੋਇਆ। ਧਰ ਲੇਟ ਤੈਂ ਔਰ ਮੈਂ ਦੁੱਖ ਪਾਈ। ਉਹ ਜਿਹੜਾ ਮਰ ਜਾਂਦਾ ਹੈ ਉਹਦੇ ਵਿਛੋੜੇ ਵਿੱਚ ਧਰ ਲੇਟ ਧਰਤੀ ਉੱਪਰ ਲੇਟਦੇ ਹਨ ਔਰ ਮੈਂ ਦੁੱਖ ਪਾਈ। ਆਪਣੇ ਹਿਰਦੇ ਦੇ ਵਿੱਚ ਬਹੁਤ ਦੁੱਖ ਪਾ ਕੇ ਕਿੱਥੇ ਚਲਾ ਗਿਆ ਹੈ। ਧੰਦਾ ਪਿੱਟਿਓ ਭਾਈਓ ਤੁਮ ਕੂੜ ਕਮਾਵੋ। ਇਸ ਤਰ੍ਹਾਂ ਰੋ ਰਹੇ ਹੈ ਕੂੜ ਕਮਾਉਂਦੇ ਧੰਦੇ ਨੂੰ ਪਿੱਟਦੇ। ਕਹਿ ਚੰਦਨ ਨੀਰ ਗੁਲਾਬ ਕਸੈ। ਕਹਿ ਦਾ ਅਰਥ ਕਿਤੇ ਤੇ ਚੰਦਨ ਨੂੰ ਨੀਰ ਗੁਲਾਬ ਦਾ ਜਿਹੜਾ ਨੀਰ ਜਲ ਹੈ ਜਲ ਗੁਲਾਬ ਦਾ ਫਲਾਕ ਕੱਢ ਕੇ ਉਹਦੇ ਜਲ ਦੇ ਵਿੱਚ ਚੰਦਨ ਪਾ ਕੇ ਘਸਾ ਰਹੇ ਹਨ। ਸੋ ਸੰਦੂਰ ਹੈ ਕੀ ਸਿਰ ਮਾਂਗ ਬਨਾਈ। ਭਾਵ ਚੰਦਨ ਵਿੱਚ ਗੁਲਾਬ ਪਾ ਕੇ ਨਾ ਸਰੀਰ ਉੱਤੇ ਲਾਉਣ ਲਈ ਸੁਗੰਧਿਤ ਪਦਾਰਥਾਂ ਦੀ ਕਿਤੇ ਤੇ ਤਿਆਰੀ ਹੋ ਰਹੀ ਹੈ। ਸੋ ਸੰਦੂਰ ਹੈ ਕੀ ਸਿਰ ਮਾਂਗ ਬਨਾਈ। ਫਿਰ ਸੋ ਦਾ ਅਰਥ ਉਹ ਸੰਦੂਰ ਹੈ ਉਹ ਸੰਦੂਰ ਦੇ ਨਾਲ ਸਿਰ ਉੱਪਰ ਵਾਲਾਂ ਦੀ ਜਿਹੜੀਆਂ ਚੀਰੇ ਹੈ ਉਹਨਾਂ ਨੂੰ ਹਟਾ ਕੇ ਇਸਤਰੀਆਂ ਮਾਂਗ ਬਣਾਈ। ਇਸਤਰੀਆਂ ਮਾਂਗ ਬਣਾਈ ਕਹੀਏ ਬਣਾ ਰਹੀਆਂ। ਭਾਵ ਮਾਂਗ ਵਿੱਚ ਸੰਦੂਰ ਭਰ ਰਹੀਆਂ ਲਾਲ ਰੰਗ ਦਾ ਬੜਾ ਸੰਘਣਾ ਕਰ ਕੇ। ਸੋ ਸੰਦੂਰੇ ਉਹ ਸੰਦੂਰ ਹੈ ਸੰਦੂਰ ਦੇ ਨਾਲ ਸਿਰ ਦੀਆਂ ਸੋਹਣੀਆਂ ਪੱਟੀਆਂ ਬਣਾ ਕੇ ਵਿੱਚ ਸੰਦੂਰ ਦੀ ਮਾਂਗ ਬਣਾ ਰਹੀਆਂ। ਕਹਿ ਹਾਥਨ ਸੇ ਸੋ ਅਪਾਰ ਸਰੂਰ ਹੈ। ਤੇ ਕਹਿ ਕਿਤੇ ਤੇ ਹੱਥਾਂ ਦੇ ਨਾਲ ਸੋ ਅਪਾਰ ਉਹ ਸਰੂਰ ਹੈ ਜਿਹੜੇ ਸਿਰ ਦੇ ਕੇਸ ਹੈ। ਸਿਰ ਔਰ ਹੈ ਸਿਰ ਦੇ ਕੇਸ ਉਹ ਜਿਹੜੀਆਂ ਸਵਾਣੀਆਂ ਉਪਾਰ ਸਰੋਰ ਹੈ ਸਿਰ ਦੇ ਜਿਹੜੇ ਕੇਸ ਉਪਾਰ ਕਹੀਏ ਪੁੱਟ ਕੇ ਹੱਥਾਂ ਦੇ ਨਾਲ ਮਾਂਗ ਜਾਂ ਤੈ ਭੂਮਰ ਲਾਈ। ਜਹਾਂ ਜਿੱਥੇ ਮਾਂਗ ਸੰਦੂਰ ਭਰਿਆ ਹੋਇਆ ਸੀ ਤੈ ਭੂਮਰ ਲਾਈ। ਉੱਥੇ ਤੈ ਦਾ ਅਰਥ ਉੱਥੇ ਸੰਦੂਰ ਵਾਲੀ ਥਾਂ ਭੂਮ ਧਰਤੀ ਦੇ ਉੱਪਰ ਮਿੱਟੀ ਵਿੱਚ ਰੁਲ ਰਹੀ ਹੈ। ਜਿਵੇਂ ਬਾਬਰ ਦੇ ਸਮੇਂ ਵੀ ਹੋਇਆ ਸੀ ਨਾ ਐਮਨਾਬਾਦ ਵਿੱਚ ਪਠਾਣਾਂ ਦੀ ਇਸਤਰੀਆਂ ਨੂੰ ਸਿਰਾਂ ਤੋਂ ਫੜ ਕੇ ਮਿੱਟੀ 'ਚ ਰੋਲ ਦਿੱਤਾ ਸੀ। ਜਦੋਂ ਬੋਲਦੀਆਂ ਤੇ ਉਹ ਮੂੰਹ 'ਚ ਵੀ ਘੱਟਾ ਪਾ ਦਿੰਦੇ ਸੀ ਮੁੱਕੀਆਂ ਮਾਰਦੇ। ਜਿਨ ਸਿਰ ਸੋਹਣ ਪੱਟੀਆ ਮਾਂਗੀ ਪਾਏ ਸੰਦੂਰ ਸੇ ਸਿਰ ਕਾਤੀ ਮੁੰਨੀਆਂ। ਗਲ ਵਿੱਚ ਆਵੇ ਧੂੜ ਗਲ ਵਿੱਚ ਧੂੜ ਆਉਂਦੀ ਪੁੱਛਦੇ ਹੋਰ ਕਿੱਥੇ ਹੈ। ਜਦੋਂ ਕੁਝ ਬੋਲਦੀਆਂ ਵੱਧ ਘੱਟ ਤੇ ਘੱਟਾ ਪਾ ਦਿੰਦੇ ਸੀ। ਅਤੇ ਸਿਰ ਦੇ ਵਿੱਚ ਜਿਹੜੀਆਂ ਸਿਰ ਉਹ ਵੱਡੀਆਂ ਕਾਚੀਆਂ ਜਿਹਨਾਂ ਮਾਲੀ ਲੋਕ ਕੱਢਦੇ ਉਹ ਵੱਡੀਆਂ ਹੁੰਦੀਆਂ ਉਹਦੇ ਨਾਲ ਮੁੰਨੀਆਂ ਕੇਸ ਸੀ ਮੁੰਨ 'ਤੇ ਜਿੱਥੇ ਗਹਿਣੇ ਕੱਢ ਲਏ। ਮਹਿਲਾਂ ਅੰਦਰ ਹੁੰਦੀਆਂ ਜਿਹੜੀਆਂ ਮਹਿਲਾਂ ਦੇ ਅੰਦਰ ਸਨ ਹੁੰਦੀਆਂ ਪਠਾਣਾਂ ਦੀ ਘਰ ਵਾਲੀਆਂ ਹੁਣ ਬਹਿਣ ਨਾ ਮਿਲਣਾ ਦੂਰ। ਮਹਿਲਾਂ ਦੇ ਨੇੜੇ ਤੇੜੇ ਵੀ ਪਤੀਆਂ ਦੇ ਨੇੜੇ ਵੀ ਦੂਰ ਮਿਲਣਾ ਹੋ ਨਹੀਂ ਰਿਹਾ। ਬਹਿਣ ਨਹੀਂ ਕੋਈ ਦੇਣ ਡਿਆ ਇਹੋ ਜਿਹੀ ਹਾਲਤ ਹੋਈ ਸੀ। ਕਹਿ ਹਾਥਨ ਸੇ ਵੀ ਕਿਸੇ ਜਾਂ ਕਿਤੇ ਜਗ੍ਹਾ 'ਤੇ ਹੱਥਾਂ ਨਾਲ ਜਿਹੜੇ ਆ ਉੱਤੇ ਸੰਦੂਰ ਗੱਲ ਸੰਦੂਰ ਭਰ ਰਹੀਆਂ ਅਤੇ ਕਿਤੇ ਹੱਥਾਂ ਦੇ ਨਾਲ ਉਹ ਜਿਹੜੇ ਸਿਰ ਦੇ ਕੇਸ ਹੈ ਸਰੂਰ ਹੈ ਸਿਰ ਦੇ ਕੇਸ ਉਪਾਰ ਪੁੱਟ ਰਹੀਆਂ ਹੈ। ਮਾਂਗ ਹਾਂ ਜਿੱਥੇ ਮਾਂਗ ਭਰੀ ਹੋਈ ਸੀ ਸੰਦੂਰ ਨਾਲ ਅਤੇ ਭੂਮਰ ਨਾਲ ਉੱਥੇ ਭੂਮ ਕਹੀਏ ਮਿੱਟੀ ਰਲਾ ਦਿੱਤੀ ਪਾ ਸਿਰ 'ਚ ਮਿੱਟੀ ਘੱਟਾ ਪਾ ਰਹੀਆਂ ਹਨ। ਇਸ ਤਰ੍ਹਾਂ ਜਿਹੜੇ ਹੈ 72 ਸਵਈਏ ਦੋਹਰੇ ਸਮੇਤ ਭਾਵ ਸਮਰਥ ਦੇ ਹੋ ਗਏ ਆ। ਅਤੇ ਜਿਹੜਾ ਹੈ ਕਵੀ ਜੀ ਅੱਗੇ ਹੋਰ ਜਿਹੜੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਬ੍ਰਹਮਾ ਨੇ ਜ਼ਹਿਰ ਵਰਗੀ ਜਾਂ ਅੰਮ੍ਰਿਤ ਵਰਗੀ ਉਹਦਾ ਕਥਨ ਕਰ ਰਹੇ ਹੈ। ਉਹ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ
ਸਮਾਪਤੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।